ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਮੈਂ ਪ੍ਰਭੂ ਵਿੱਚ ਆਪ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਲਈ ਆਤਮਿਕ ਅਤੇ ਭੌਤਿਕ ਅਤੇ ਮਾਨਸਿਕ ਪ੍ਰਾਰਥਨਾ ਕੀਤੀ, ਜਿਸ ਦੇ ਸਦਕੇ ਹੁਣ ਤੱਕ ਪ੍ਰਭੂ ਨੇ ਮੈਨੂੰ ਕਾਫੀ ਬਲ ਦਿੱਤਾ ਹੈ ਉਸ ਦੇ ਵਿੱਚ, ਉਸ ਦੇ ਵਚਨ ਦੇ ਨਾਲ ਜੀਣ ਦੇ ਲਈ। ਔਰ ਅੱਜ ਦੇ ਸੁੰਦਰ ਵਚਨ ਦੇ ਮੰਨਣ ਦੇ ਲਈ ਮੈਂ ਆਪ ਦੇ ਨਾਲ ਰੂਬਰੂ ਹਾਂ। ਮੈਂ ਇਸ ਤੋਂ ਪਹਿਲਾਂ ਕਿ ਇਸ ਵਚਨ ਨੂੰ ਪੜ੍ਹਾਂ, ਮੈਂ ਪ੍ਰਾਰਥਨਾ ਦੇ ਵਿੱਚ ਜਾਵਾਂਗਾ ਤਾਂ ਕਿ ਅਸੀਂ ਇਸ ਵਚਨ ਦੇ ਗੂੜ ਭੇਤ ਨੂੰ ਪਰਮੇਸ਼ਵਰ ਦੇ ਕੋਲੋਂ ਉਸ ਦੀ ਆਤਮਾ ਦੇ ਰਾਹੀਂ ਸਿੱਖ ਸਕੀਏ, ਜੋ ਸਾਡੇ ਜੀਵਨ ਦੇ ਲਈ ਬਿਹਤਰ ਹੈ। ਆਓ ਅਸੀਂ ਪ੍ਰਾਰਥਨਾ ਵਿੱਚ ਚਲੀਏ। ਦਿਆਲੂ ਪ੍ਰਭੂ, ਅਸੀਂ ਤੇਰਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਨਿਤ ਪ੍ਰਤੀ ਦਿਨ ਤੂੰ ਆਪਣਾ ਮੰਨਾ ਸਾਨੂੰ ਦਿੰਦਾ ਹੈ, ਜਿਸ ਵਿੱਚ ਅਸੀਂ ਪਰਮੇਸ਼ਵਰ ਦੀ ਮਹਿਮਾ, ਪਰਮੇਸ਼ਵਰ ਦੀ ਵਡਿਆਈ ਅਤੇ ਪਰਮੇਸ਼ਵਰ ਦੀ ਉਸਤਤ ਕਰਦੇ ਹਾਂ। ਕੌਣ ਹੈ ਜਿਹੜਾ ਸਾਨੂੰ ਤੇਰੇ ਭੇਤਾਂ ਨੂੰ ਸਮਝਾ ਸਕਦਾ ਹੈ ਅਤੇ ਤੇਰੇ ਭੇਤਾਂ ਨੂੰ ਸਾਡੇ ਉੱਤੇ ਪ੍ਰਗਟ ਕਰਕੇ ਉਸ ਦੇ ਅਨੁਸਾਰ ਚੱਲਣ ਦੇ ਲਈ ਸਾਨੂੰ ਬਲ ਦੇ ਸਕਦਾ ਹੈ। ਮਾਤਰ ਇੱਕੋ ਤੂੰ ਹੀ ਪਰਮੇਸ਼ਰ ਹੈ ਜੋ ਮਸੀਹ ਯਸੂ ਦੇ ਵਿੱਚ ਸਾਡੀ ਮਦਦ ਕਰਦਾ ਹੈ ਅਤੇ ਅਸੀਂ ਤੇਰੇ ਭੇਤ ਨੂੰ ਜਾਣ ਕੇ ਤੇਰੀ ਜਿਉਂਦੀ ਆਸ ਦੇ ਵਿੱਚ ਨਿਤ ਪ੍ਰਤੀ ਦਿਨ ਚੱਲਣ ਦਾ ਬਲ ਪ੍ਰਾਪਤ ਕਰਦੇ ਹਾਂ। ਸੱਚਮੁੱਚ ਪ੍ਰਭੂ, ਅੱਜ ਦੇ ਭੇਤ ਦੇ ਨਾਲ ਵੀ ਸਾਨੂੰ ਇਸ ਤਰ੍ਹਾਂ ਆਪ ਦੇ ਨਾਲ ਚੱਲਣ ਦੇ ਲਈ ਸਾਡੀ ਮਦਦ ਕਰ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਅੱਜ ਦੇ ਇਸ ਵਚਨ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਔਰ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੈਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਹੈ ਜੋ ਇਸ ਬਿਮਾਰੀ ਦੇ ਸਮੇਂ ਦੇ ਵਿੱਚ ਪਰਮੇਸ਼ਵਰ ਨੇ ਮੈਨੂੰ ਆਪਣੇ ਗੂੜ ਭੇਤਾਂ ਦੇ ਨਾਲ ਸਿਖਾਇਆ ਹੈ ਅਤੇ ਉਹ ਮੈਂ ਆਪ ਦੇ ਨਾਲ ਉਸ ਪਰਮੇਸ਼ਵਰ ਦੇ ਭੇਤ ਨੂੰ ਆਪ ਦੇ ਨਾਲ ਵੰਡਣਾ ਚਾਹੁੰਦਾ ਹਾਂ। ਮੈਂ ਇਸ ਕਿੱਸੇ ਨੂੰ ਯਹੋਨਾ ਦੀ ਅੰਜੀਲ ਦੇ ਵਿੱਚੋਂ ਉਸ ਦਾ 4 ਅਧਿਆਏ 21 ਤੋਂ 24 ਤੱਕ ਲਿਆ ਹੈ। ਇਹ ਯਹੋਨਾ ਦੀ ਕਿਤਾਬ ਜਿਹੜੀ ਹੈ ਮੈਨੂੰ ਬਹੁਤ ਹੀ ਜ਼ਿਆਦਾ ਦਿਲ ਤੋਂ ਪਿਆਰੀ ਹੈ ਔਰ ਇਸ ਦੇ ਉੱਤੇ ਮੈਂ ਆਪਣੀ ਖੁਦ ਇੱਕ ਕਮੈਂਟਰੀ ਲਿਖ ਚੁੱਕਾ ਹਾਂ, ਜਿਸ ਦੇ ਵਿੱਚ ਪਰਮੇਸ਼ਰ ਨੇ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਆਪਣੇ ਪੁੱਤਰ ਦੇ ਰਾਹੀਂ ਉਸ ਦੇ ਪਵਿੱਤਰ ਆਤਮਾ ਦੇ ਭੇਤਾਂ ਨੂੰ ਪ੍ਰਗਟ ਕਰਨ ਦੇ ਲਈ ਮੇਰੀ ਮਦਦ ਕੀਤੀ ਹੈ। ਮੈਂ ਇਸ ਨੂੰ ਪੜ੍ਹਨ ਜਾ ਰਿਹਾ ਹਾਂ। 21 ਤੋਂ 24 ਤੱਕ ਲਿਖਿਆ ਹੈ, ਹੇ ਬੀਬੀ, ਤੂੰ ਮੇਰੀ ਪ੍ਰਤੀਤ ਕਰ ਕਿ ਉਹ ਸਮਾਂ ਆਉਂਦਾ ਹੈ ਜਦ ਤੁਸੀਂ ਨਾ ਤਾਂ ਇਸ ਪਰਬਤ ਉੱਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ। ਤੁਸੀਂ ਜਿਹਨੂੰ ਨਹੀਂ ਜਾਣਦੇ ਉਹਦੀ ਭਗਤੀ ਕਰਦੇ ਹੋ। ਅਸੀਂ ਉਹਦੀ ਭਗਤੀ ਕਰਦੇ ਹਾਂ ਜਿਹਨੂੰ ਜਾਣਦੇ ਹਾਂ, ਇਸ ਲਈ ਜੋ ਮੁਕਤੀ ਯਹੂਦੀਆਂ ਤੋਂ ਹੈ। ਪਰ ਉਹ ਸਮਾਂ ਆਉਂਦਾ ਹੈ, ਸਗੋਂ ਹੁਣੇ ਹੈ, ਜੋ ਸੱਚੇ ਭਗਤ ਆਤਮਾ ਅਤੇ ਸੱਚਾਈ ਨਾਲ ਪਿਤਾ ਦੀ ਭਗਤੀ ਕਰਨਗੇ, ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ। ਪਰਮੇਸ਼ਵਰ ਆਤਮਾ ਹੈ ਅਤੇ ਜੋ ਉਹਦੀ ਭਗਤੀ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਭਾਈ ਉਹ ਆਤਮਾ ਅਤੇ ਸੱਚਾਈ ਨਾਲ ਭਗਤੀ ਕਰਨ। ਜਦੋਂ ਮੈਂ ਇਸ ਵਚਨ ਨੂੰ ਪੜ੍ਹਿਆ ਤਾਂ ਇਸ ਵਿੱਚ ਇੱਕ ਖਾਸ ਗੱਲ ਹੈ ਜੋ ਬਾਰ-ਬਾਰ ਮੇਰੇ ਮੂਹਰੇ ਆਈ ਹੈ। ਪ੍ਰਭੂ ਯਿਸੂ ਮਸੀਹ ਉਸ ਸ਼ਬਦ ਦਾ ਜ਼ਿਕਰ ਬਾਰ-ਬਾਰ ਕਰ ਰਿਹਾ ਹੈ, ਉਹ ਹੈ ਪਿਤਾ। ਪੁਰਾਣੇ ਨਿਯਮ ਦੇ ਵਿੱਚ ਕਿਸੇ ਵੀ ਭਗਤ ਨੇ ਪਿਤਾ ਕਹਿ ਕੇ ਪਰਮੇਸ਼ਵਰ ਨੂੰ ਨਹੀਂ ਪੁਕਾਰਿਆ ਹੈ ਔਰ ਨਾ ਉਹਨਾਂ ਨੇ ਪਿਤਾ ਕਹਿ ਕੇ ਉਸ ਦੀ ਇਬਾਦਤ ਕੀਤੀ ਹੈ। ਇਹ ਪਿਤਾ ਸ਼ਬਦ ਨਵੇਂ ਨਿਯਮ ਦੇ ਵਿੱਚ ਸ਼ੁਰੂ ਤੋਂ ਲੈ ਕੇ ਪੁਰਾਣੇ ਨਵੇਂ ਦੇ ਮਤੀ ਦੀ ਅੰਜੀਲ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਪਰਮੇਸ਼ਵਰ ਦੇ ਆਤਮਾ ਰਾਹੀਂ ਸਾਡੇ ਵਿੱਚ ਇਸਤੇਮਾਲ ਕੀਤਾ ਗਿਆ ਹੈ। ਕਿੰਨੀ ਆਦਰ ਦੀ ਗੱਲ ਹੈ। ਇੱਥੇ ਮੈਂ ਆਪ ਦੇ ਨਾਲ ਜੋ ਵਿਸ਼ਾ ਲਿਆ ਹੈ
ਉਹ ਹੈ ਸਾਡਾ ਪਿਤਾ ਦੇ ਨਾਲ ਰਿਸ਼ਤਾ। ਸਾਡਾ ਪਿਤਾ ਦੇ ਨਾਲ ਰਿਸ਼ਤਾ। ਇਹ ਰਿਸ਼ਤਾ ਆਸਾਨ ਨਹੀਂ ਹੈ। ਜਦੋਂ ਮੈਂ ਇਸ ਵਚਨ ਦਾ ਮਨਨ ਕਰ ਰਿਹਾ ਸੀ ਔਰ 21 ਆਇਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਕਹਿੰਦੇ, ਹੇ ਬੀਬੀ, ਤੂੰ ਮੇਰੀ ਪ੍ਰਤੀਤ ਕਰ ਕਿ ਉਹ ਸਮਾਂ ਆਉਂਦਾ ਹੈ ਜਦ ਤੁਸੀਂ ਇਸ ਪਰਬਤ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ। ਪਿਤਾ ਸ਼ਬਦ, ਪਿਤਾ ਦੇ ਨਾਲ ਸਾਡਾ ਰਿਸ਼ਤਾ ਕੀ ਹੈ, ਸਾਨੂੰ ਇਹ ਪਤਾ ਹੋਣਾ ਚਾਹੀਦਾ। ਕਿਉਂ ਪ੍ਰਭੂ ਯਿਸੂ ਮਸੀਹ ਨੇ ਇੱਥੇ ਪਿਤਾ ਸ਼ਬਦ ਨੂੰ ਸਾਡੇ ਲਈ ਇਸਤੇਮਾਲ ਕੀਤਾ ਹੈ, ਮੇਰੇ ਅਤੇ ਆਪ ਦੇ ਲਈ ਇਸਤੇਮਾਲ ਕੀਤਾ ਹੈ। ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਦ ਤੱਕ ਅਸੀਂ ਇਸ ਰਿਲੇਸ਼ਨਸ਼ਿਪ ਨੂੰ, ਇਸ ਗੁੱਡ ਰਿਲੇਸ਼ਨਸ਼ਿਪ ਨੂੰ ਨਹੀਂ ਸਮਝਦੇ ਹਾਂ, ਉਦੋਂ ਤੱਕ ਅਸੀਂ ਪਰਮੇਸ਼ਰ ਦੀ ਸੱਚੀ ਅਤੇ ਮਨ ਭਾਉਂਦੀ ਹੋਈ ਭਗਤੀ ਉਹਦੇ ਅੱਗੇ ਨਹੀਂ ਕਰ ਸਕਦੇ। ਇਹ ਅਧਿਕਾਰ, ਇਹ ਹੱਕ ਸਾਨੂੰ ਕਿਵੇਂ ਮਿਲਿਆ? ਕਿੰਨਾ ਚੰਗਾ ਲੱਗਦਾ ਹੈ ਜਦੋਂ ਮੈਂ ਪਰਮੇਸ਼ਰ ਨੂੰ ਪਿਤਾ ਕਹਿ ਕੇ ਪੁਕਾਰ। ਆਪਣਾਪਨ ਨਜ਼ਰ ਆਉਂਦਾ ਹੈ, ਆਪਣਾਪਨ ਨਜ਼ਰ ਆਉਂਦਾ ਹੈ ਕਿ ਕਿੱਦਾਂ ਪਿਤਾ ਨੇ ਮੈਨੂੰ ਆਪਣਾ ਅਖਤਿਆਰ, ਇੱਕ ਪੁੱਤਰ ਦਾ ਅਖਤਿਆਰ ਮੈਨੂੰ ਦਿੱਤਾ ਹੈ। ਇਸ ਅਖਤਿਆਰ ਨੂੰ ਸਮਝਣ ਦੇ ਲਈ ਮੈਨੂੰ ਜ਼ਰੂਰੀ ਹੈ ਕਿ ਆਪਣੇ ਆਪ ਦੀ ਪਛਾਣ ਕਰਨੀ। ਜੇ ਮੈਂ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਹਾਂ ਤਾਂ ਮੈਂ ਪਿਤਾ ਨੂੰ ਕਦੇ ਵੀ ਨਹੀਂ ਜਾਣ ਸਕਦਾ, ਨਾ ਪਿਤਾ ਦੇ ਕੋਲ ਜਾ ਸਕਦਾ, ਨਾ ਮੈਂ ਉਹਦੇ ਨਾਮ ਦੀ ਇਬਾਦਤ ਕਰ ਸਕਦਾ, ਨਾ ਮੈਂ ਉਹਦੇ ਨਾਲ ਕਿਸੇ ਵੀ ਚੀਜ਼ ਦਾ ਅਖਤਿਆਰੀ ਹੋ ਸਕਦਾ, ਅਧਿਕਾਰੀ ਹੋ ਸਕਦਾ। ਇਸ ਸਭ ਦੇ ਲਈ ਸਭ ਤੋਂ ਪਹਿਲਾਂ ਮੈਨੂੰ ਆਪਣੇ ਆਪ ਨੂੰ ਜਾਣਨ ਦੀ ਜ਼ਰੂਰਤ ਹੈ। ਮੈਂ ਕੀ ਹਾਂ? ਜਦੋਂ ਮੈਂ ਪਵਿੱਤਰ ਵਚਨ ਦੇ ਵਿੱਚ, ਪਵਿੱਤਰ ਬਾਈਬਲ ਦੇ ਵਿੱਚ ਇਸ ਗੱਲ ਦੀ ਖੋਜ ਕਰਦਾ ਹਾਂ ਕਿ ਮੈਨੂੰ ਇੱਕ ਪੁੱਤਰ ਦਾ ਅਧਿਕਾਰ ਪਿਤਾ ਨੇ ਆਪਣੇ ਪੁੱਤਰ ਦੇ ਰਾਹੀਂ ਦਿੱਤਾ ਹੈ, ਤਦ ਮੈਨੂੰ ਪਿਤਾ ਦੇ ਅਹਿਸਾਨ ਦਾ ਪਤਾ ਚੱਲਦਾ। ਉਹ ਪਿਤਾ ਜਿਸ ਦਾ ਪੁੱਤਰ ਗਵਾਚ ਚੁੱਕਾ ਹੈ, ਉਹ ਪਿਤਾ ਜਿਸ ਦਾ ਪੁੱਤਰ ਉਸ ਤੋਂ ਦੂਰ ਜਾ ਚੁੱਕਾ ਹੈ, ਉਸ ਦੇ ਲਈ ਉਸ ਪਿਤਾ ਨੇ ਮੁੜ ਉਸ ਪੁੱਤਰ ਦਾ ਅਧਿਕਾਰ ਮੈਨੂੰ ਦੇਣ ਦੇ ਲਈ ਕੀ ਕੀਤਾ, ਇਹ ਸਮਝਣਾ ਜ਼ਰੂਰੀ ਹੈ। ਪਿਆਰੋ, ਜੇ ਇਸ ਰਿਲੇਸ਼ਨਸ਼ਿਪ ਨੂੰ ਮੈਂ ਅਤੇ ਆਪ ਨੇ ਇਸ ਦੀ ਖੋਜ ਨਹੀਂ ਕੀਤੀ ਤਾਂ ਅਸੀਂ ਹਜੇ ਵੀ ਅੰਧਕਾਰ ਦੇ ਵਿੱਚ ਆ, ਮਸੀਹ ਦੇ ਵਿੱਚ ਹੁੰਦੇ ਹੋਏ ਵੀ। ਸਮਝਣਾ ਹੈ ਕਿ ਮੇਰਾ ਪਿਤਾ ਦੇ ਨਾਲ ਕੀ ਰਿਸ਼ਤਾ ਹੈ। ਮੈਨੂੰ ਜਦੋਂ ਇਸ ਵਚਨ ਦੇ ਨਾਲ ਖੋਜ ਕਰਨ ਦੀ ਮੌਕਾ ਮਿਲਿਆ ਤਾਂ ਮੈਂ ਸਮਝਿਆ। ਜਦੋਂ ਮੈਂ ਰੋਮੀਆਂ ਦੀ ਪੁਸਤਕ ਦੇ ਵਿੱਚ ਗਿਆ 3 ਅਧਿਆਏ ਦੇ ਵਿੱਚ, ਤਦ ਮੈਨੂੰ ਉੱਥੇ ਕੀ ਪਤਾ ਲੱਗਾ? ਸਭੇ ਮਨੁੱਖ ਪਾਪ ਦੇ ਵਿੱਚ ਹੈ ਔਰ ਪਾਪੀ ਵਿਅਕਤੀ ਕਦੇ ਵੀ ਪਰਮੇਸ਼ਰ ਪਿਤਾ ਦੀ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆ ਸਕਦਾ ਹੈ। ਉਹ ਉਸ ਦੇ ਨਾਲ ਮੇਲ ਨਹੀਂ ਕਰ ਸਕਦਾ ਹੈ। ਉਹ ਉਸ ਦੇ ਨਾਲ ਮੇਲ ਕਰਕੇ ਉਸ ਅਖਤਿਆਰ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੈ। ਬਾਈਬਲ ਦੇ ਵਿੱਚ ਲਿਖਿਆ ਹੈ, ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੀ ਮਹਿਮਾ ਤੋਂ ਰਹਿਤ ਹੈ, ਪਿਤਾ ਦੀ ਮਹਿਮਾ ਤੋਂ ਰਹਿਤ ਹੈ। ਉਸ ਪ੍ਰਤਾਪ ਤੋਂ ਜਿਹੜਾ ਸਾਨੂੰ ਉਸ ਪਵਿੱਤਰਤਾ ਦੇ ਵਿੱਚ ਰੱਖਦਾ ਹੈ, ਜਿਹੜਾ ਸਾਨੂੰ ਪਰਮੇਸ਼ਰ ਦੀ ਧਾਰਮਿਕਤਾ ਦੇ ਵਿੱਚ ਰੱਖਦਾ ਹੈ, ਜਿਹੜਾ ਸਾਨੂੰ ਪਰਮੇਸ਼ਰ ਦੀ ਸੱਚਾਈ ਵਿੱਚ ਰੱਖਦਾ ਹੈ, ਜਿਹੜਾ ਸਾਨੂੰ ਪਰਮੇਸ਼ਰ ਦੇ ਆਨੰਦ ਵਿੱਚ ਰੱਖਦਾ, ਅਸੀਂ ਉਸ ਤੋਂ ਦੂਰ ਹਾਂ। ਇਹਦਾ ਮਤਲਬ ਆਈ ਐਮ ਦਾ ਸਿਨਰ। ਮੈਨੂੰ ਇਸ ਗੱਲ ਦਾ ਪਤਾ ਚੱਲ ਗਿਆ, ਮੈਂ ਗਿਲਟੀ ਹਾਂ, ਮੈਂ ਪਾਪੀ ਹਾਂ ਔਰ ਪਾਪੀ ਕਦੇ ਪਰਮੇਸ਼ਰ ਦੇ ਕੋਲ ਨਹੀਂ ਜਾ ਸਕਦਾ। ਪਰ ਪਰਮੇਸ਼ਰ ਦਾ ਧੰਨਵਾਦ ਹੈ ਕਿ ਉਸਨੇ ਮੈਨੂੰ ਪਿਤਾ ਦਾ ਹੱਕ ਦਿਵਾਉਣ ਦੇ ਲਈ, ਪਰਮੇਸ਼ਰ ਦਾ ਹੱਕ ਦਿਵਾਉਣ ਦੇ ਲਈ ਉਸਨੇ ਮੇਰੇ ਲਈ ਇੰਤਜ਼ਾਮ ਕੀਤਾ ਹੈ। ਇਸ ਇੰਤਜ਼ਾਮ ਨੂੰ ਅਸੀਂ ਸਮਝਣਾ ਹੈ। ਜਦੋਂ ਮੈਂ ਯਸ਼ਾਇਆ ਦੀ ਪੁਸਤਕ ਦੇ ਵਿੱਚ ਜਾਂਦਾ ਹਾਂ ਤਾਂ ਯਸ਼ਾਇਆ ਦੀ ਪੁਸਤਕ ਦੇ ਉਸ ਦੇ 9:6 ਵਿੱਚ ਪੜ੍ਹਦਾ ਹਾਂ ਤਾਂ ਮੈਨੂੰ ਪਰਮੇਸ਼ਰ ਦੀ ਵਿਉਂਤ ਅਤੇ ਪਰਮੇਸ਼ਰ ਦੀ ਯੋਜਨਾ
ਨਜ਼ਰ ਆਉਂਦੀ ਹੈ ਜੋ ਮੈਨੂੰ ਪੁੱਤਰ ਬਣਾਉਣ ਦੇ ਲਈ ਤਿਆਰ ਕੀਤੀ ਗਈ ਹੈ। ਮੈਂ ਆਪ ਦੇ ਲਈ ਉਸ ਵਚਨ ਨੂੰ ਪੜ੍ਹ ਰਿਹਾ ਹਾਂ। ਯਸ਼ਾਇਆ ਦੀ ਪੁਸਤਕ ਉਸ ਦਾ 9:6 ਇੱਥੇ ਲਿਖਿਆ ਹੈ, ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਦੇਖੋ ਕਿੰਨੀ ਵੱਡੀ ਗੱਲ ਹੈ, ਇਹ ਵੀ ਭੇਤ ਦੀ ਗੱਲ ਹੈ। ਸਾਡੇ ਲਈ ਇੱਕ ਬਾਲਕ ਜੰਮਿਆ, ਉਹਦਾ ਨਾਂ ਨਹੀਂ ਹੈ ਇੱਥੇ, ਪਰ ਲਿਖਿਆ ਹੈ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਪੁੱਤਰ ਬਖਸ਼ਿਆ ਗਿਆ, ਇਹ ਇੱਕ ਦੂਜੇ ਦੇ ਨਾਲ ਮਿਲਾਨ ਕਰਦਾ ਹੈ। ਮੈਨੂੰ ਪੁੱਤਰ ਬਣਾਉਣ ਦੇ ਲਈ ਇੱਕ ਪੁੱਤਰ ਬਖਸ਼ਿਆ। ਪਿਤਾ ਨੇ ਮੇਰੇ ਅਤੇ ਆਪ ਦੇ ਲਈ ਇੱਕ ਕਾਰਜ ਕੀਤਾ ਹੈ ਮਿਲਾਉਣ ਦੇ ਲਈ। ਜਦ ਤੱਕ ਇਸ ਸੰਬੰਧ ਨੂੰ ਅਸੀਂ ਨਹੀਂ ਸਮਝ, ਬਾਲਕ ਜੰਮਿਆ ਹੈ ਪਰ ਸਾਡੇ ਲਈ ਇੱਕ ਪੁੱਤਰ ਬਖਸ਼ਿਆ ਗਿਆ। ਬਖਸ਼ਿਆ ਗਿਆ ਮਤਲਬ ਦਾਨ ਦਿੱਤਾ ਗਿਆ। ਜਦੋਂ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਤਾਂ ਰੋਮੀਆਂ 6 ਅਧਿਆਏ ਦੇ ਵਿੱਚ ਮੈਂ ਜਾਣਾ ਹਾਂ। 6 ਅਧਿਆਏ ਉਸ ਦੀ 23 ਆਇਤ ਦੇ ਵਿੱਚ ਲਿਖਿਆ ਹੈ ਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ ਪਰ ਪਰਮੇਸ਼ਵਰ ਦੀ ਬਖਸ਼ਿਸ਼, ਇੱਥੇ ਬਖਸ਼ਿਆ ਗਿਆ ਪਰਮੇਸ਼ਵਰ ਪਿਤਾ ਦੀ ਬਖਸ਼ਿਸ਼। ਪਾਪ ਦੀ ਮਜ਼ਦੂਰੀ, ਇਹਦਾ ਮਤਲਬ ਪਾਪ ਦੇ ਕਾਰਨ ਮੇਰਾ ਪਿਤਾ ਅਤੇ ਪੁੱਤਰ ਦੇ ਸੰਬੰਧ ਵਿੱਚ ਵਿਛੋਧ ਹੋ ਗਿਆ, ਜਿਹੜਾ ਕਿ ਅਸੀਂ ਉਤਪੱਤੀ ਵਿੱਚ ਵੇਖਦੇ ਹਾਂ। ਔਰ ਉਹ ਸੰਬੰਧ ਲਗਾਤਾਰ 3 ਤੋਂ ਲੈ ਕੇ ਜਦ ਤੱਕ ਨਿਊ ਟੈਸਟਾਮੈਂਟ ਉਹ ਪੁੱਤਰ ਨਹੀਂ ਜੰਮਿਆ ਗਿਆ, ਸਾਨੂੰ ਬਖਸ਼ਿਆ ਨਹੀਂ ਗਿਆ, ਉਦੋਂ ਤੱਕ ਸਾਡਾ ਪਰਮੇਸ਼ਰ ਪਿਤਾ ਦੇ ਨਾਲ ਸੰਬੰਧ ਪਿਤਾ ਦੇ ਪੁੱਤਰ ਦੇ ਨਾਲ ਨਹੀਂ ਜੁੜਿਆ। ਇਸ ਕਰਕੇ ਮੈਂ ਕਹਿੰਦਾ ਹਾਂ ਕਿ ਨਿਊ ਟੈਸਟਾਮੈਂਟ ਦੇ ਵਿੱਚ ਇਹ ਪਿਤਾ ਸ਼ਬਦ ਮੈਨੂੰ ਪੁੱਤਰ ਦੇ ਨਾਲ ਜੋੜਨ ਦੇ ਲਈ ਦਿੱਤਾ ਗਿਆ। ਇਹ ਭੇਤ ਮੈਨੂੰ ਜਦੋਂ ਮੈਂ ਪਿਆ ਹੋਇਆ ਸੀ ਪਰਮੇਸ਼ਰ ਨੇ ਮੇਰੇ ਉੱਤੇ ਪ੍ਰਗਟ ਕੀਤਾ। ਯੂ ਆਰ ਮਾਈ ਸਨ, ਤੂੰ ਮੇਰਾ ਪੁੱਤਰ ਹੈ। ਮੈਂ ਇਸ ਗੱਲ ਨੂੰ ਜਦੋਂ ਖੋਜ ਕੀਤੀ, ਸੱਚਮੁੱਚ ਦੁਨੀਆ ਦੇ ਪਿਤਾ ਨਹੀਂ, ਦੁਨੀਆ ਦੀ ਮਾਤਾ ਨਹੀਂ, ਪਰ ਮੇਰਾ ਅਸਲ ਪਿਤਾ, ਉਸ ਦਾ ਗੁੱਡ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਮੇਰੇ ਵਿੱਚ ਪੈਦਾ ਹੋਇਆ, ਮੈਂ ਉਸ ਨੂੰ ਜਾਣਿਆ। ਔਰ ਮੈਂ ਚਾਹੁੰਦਾ ਕਿ ਤੁਸੀਂ ਵੀ ਉਸ ਨੂੰ ਸਮਝ ਲਓ, ਤੁਸੀਂ ਵੀ ਉਸ ਨੂੰ ਜਾਣ। ਪੁੱਤਰ ਬਖਸ਼ਿਆ ਗਿਆ। ਯਸ਼ਾਇਆ 'ਚ ਭਵਿੱਖਬਾਣੀ ਕੀਤੀ ਗਈ ਹੈ, ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਕਾਹਦੇ ਲਈ ਬਖਸ਼ਿਆ ਗਿਆ? ਕਿਉਂ ਬਖਸ਼ਿਆ ਗਿਆ? ਕਿਸ ਲਈ ਬਖਸ਼ਿਆ ਗਿਆ? ਸਾਫ਼ ਰੀਤੀ ਨਾਲ ਬਾਈਬਲ ਦੱਸਦੀ ਹੈ ਕਿ ਇਹ ਪੁੱਤਰ ਮੈਨੂੰ ਪਿਤਾ ਦੇ ਨਾਲ ਪੁੱਤਰ ਦਾ ਹੱਕ ਦੇਣ ਦੇ ਲਈ ਬਖਸ਼ਿਆ ਗਿਆ। ਕਿਉਂ? ਪਾਪ ਨੇ ਮੇਰੇ ਵਿੱਚ ਸੰਬੰਧ ਵਿਛੇਦ ਕਰ ਦਿੱਤਾ ਸੀ। ਪਾਪ ਨੇ ਮੈਨੂੰ ਪਿਤਾ ਤੋਂ ਦੂਰ ਕਰ ਦਿੱਤਾ ਸੀ। ਅੱਜ ਬਹੁਤ ਸਾਰੇ ਲੋਕ ਹੈ ਜੋ ਮਸੀਹ ਦੇ ਵਿੱਚ ਵੀ ਹੋ ਕੇ ਬਹੁਤ ਜ਼ਿਆਦਾ ਦੂਰੀ ਦੇ ਵਿੱਚ ਬੈਠੇ ਹੋਏ ਆ। ਉਹਨਾਂ ਨੂੰ ਆਪਣੀ ਪਛਾਣ ਨਹੀਂ ਹੈ, ਉਹਨਾਂ ਨੂੰ ਪਿਤਾ ਅਤੇ ਪੁੱਤਰ ਦੇ ਰਿਲੇਸ਼ਨਸ਼ਿਪ ਦਾ ਅਰਥ ਕੀ ਆ ਉਹ ਪਤਾ ਨਹੀਂ ਹੈ। ਇਸ ਕਰਕੇ ਉਹ ਪਰਮੇਸ਼ਵਰ ਤੋਂ ਅਤੇ ਪਰਮੇਸ਼ਵਰ ਦੀ ਬਖਸ਼ਿਸ਼ ਤੋਂ ਅਤੇ ਪਰਮੇਸ਼ਵਰ ਦੇ ਭਰਪੂਰੀ ਤੋਂ ਅਤੇ ਪਰਮੇਸ਼ਵਰ ਦੀ ਦਾਤਾਂ ਤੋਂ ਦੂਰ ਹੈ। ਉਹ ਕੀ ਬਣ ਗਏ ਆ? ਉਹ ਪੁੱਤਰ ਨਹੀਂ ਬਣੇ ਹੋਏ, ਹਜੇ ਭਿਖਾਰੀ ਬਣੇ ਹੋਏ ਆ। ਸਾਨੂੰ ਆਹ ਦੇ ਦੇ, ਸਾਨੂੰ ਉਹ ਦੇ ਦੇ, ਸਾਨੂੰ ਆਹ ਦੇ ਦੇ, ਮੇਰਾ ਬੇਟਾ ਬਾਹਰ ਚਲਾ ਜਾਏ, ਮੇਰਾ ਆਹ ਕੰਮ ਬਣ ਜਾਏ, ਮੇਰੇ ਵਿਆਹ ਅੱਛਾ ਹੋ ਜਾਏ, ਮੇਰੀ ਸ਼ਾਦੀ ਅੱਛੀ ਹੋ ਜਾਏ, ਮੈਨੂੰ ਸਭ ਚੀਜ਼ਾਂ ਮਿਲ ਜਾਣ। ਭਿਖਾਰੀ ਹੈ। ਪਿਤਾ ਦੇ ਕੋਲ ਸਾਨੂੰ ਸਭ ਕੁਝ ਮਿਲ ਚੁੱਕਾ ਹੈ। ਅਸੀਂ ਇਸ ਚੀਜ਼ ਦੇ ਨੇੜੇ ਨਹੀਂ ਹਾਂ। ਅਸੀਂ ਇਸ ਚੀਜ਼ ਦਾ ਅਗਿਆਨ ਜੋ ਪਰਮੇਸ਼ਵਰ ਨੇ ਆਪਣੇ ਵਚਨ ਵਿੱਚ ਮੈਨੂੰ ਉਸਦੇ ਪੁੱਤਰ ਦੇ ਰਾਹੀਂ ਪਵਿੱਤਰ ਆਤਮਾ ਦੇ ਵਿੱਚ ਭੇਤ ਪ੍ਰਗਟ ਕਰਕੇ ਦੱਸਿਆ, ਅਸੀਂ ਉਸਦੇ ਨੇੜੇ ਵੀ ਨਹੀਂ ਹਾਂ। ਇਸ ਲਈ ਪਿਆਰੋ, ਪਹਿਲਾ ਜਿਹੜਾ ਪੁੱਤਰ ਬਖਸ਼ਿਆ ਗਿਆ ਹੈ, ਜਿਹੜਾ ਪੁੱਤਰ ਮੈਨੂੰ ਬਖਸ਼ਿਆ ਗਿਆ, ਜਿਸ ਦੇ ਨਾਲ ਮੇਰਾ ਪਿਤਾ ਪੁੱਤਰ ਦਾ ਸੰਬੰਧ ਜੁੜਿਆ ਹੈ, ਉਸ ਭੇਤ ਨੂੰ ਸਮਝਣਾ ਜ਼ਰੂਰੀ ਹੈ। ਪਰਮੇਸ਼ਵਰ ਨੇ, ਪਾਪ ਦੀ ਮਜ਼ਦੂਰੀ ਮੌਤ ਹੈ, ਪਰਮੇਸ਼ਵਰ ਦੀ ਬਖਸ਼ਿਸ਼, ਇਹ ਬਖਸ਼ਿਸ਼ ਜੋ ਹੈ ਯਿਸੂ ਮਸੀਹ
ਇਸ ਨੂੰ ਜਾਣਨਾ ਜ਼ਰੂਰੀ ਹੈ। ਜੇ ਤੁਸੀਂ ਇਸ ਨੂੰ ਜਾਣ ਗਏ ਤਾਂ ਤੁਸੀਂ ਸੱਚਮੁੱਚ ਪਿਤਾ ਪੁੱਤਰ ਦੀ ਇੱਕ ਅੱਛੀ ਗੁੱਡ ਰਿਲੇਸ਼ਨਸ਼ਿਪ ਦੇ ਵਿੱਚ ਸ਼ਾਮਿਲ ਹੈ। ਮੈਂ ਕੱਲ ਆਪ ਨੂੰ ਯਿਸੂ ਮਸੀਹ ਜੋ ਪਰਮੇਸ਼ਰ ਦਾ ਪੁੱਤਰ ਮੈਨੂੰ ਪੁੱਤਰ ਬਣਾਉਣ ਦੇ ਲਈ ਬਖਸ਼ਿਆ ਗਿਆ, ਉਸ ਦਾ ਭੇਤ ਆਪ ਦੇ ਨਾਲ ਪ੍ਰਗਟ ਕਰਾਂਗਾ। ਹੁਣ ਤੱਕ ਪਰਮੇਸ਼ਰ ਨੇ ਇਸ ਸੀਕਰਟ ਨੂੰ ਇੱਥੇ ਤੱਕ ਪ੍ਰਗਟ ਕਰਨ ਦੇ ਲਈ ਮਦਦ ਕੀਤੀ ਹੈ। ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ। ਤੁਸੀਂ ਮੇਰੇ ਲਈ ਪ੍ਰਾਰਥਨਾ ਕਰਦੇ ਰਹਿਣਾ ਤਾਂ ਕਿ ਇਸ ਭੇਤ ਨੂੰ ਅਸੀਂ ਸਿੱਖਦੇ ਹੋਏ ਪਿਤਾ ਪੁੱਤਰ ਦੇ ਪ੍ਰੇਮ ਦੇ ਨਾਲ ਲਿਪਤ ਹੋ ਜਾਈਏ। ਪਰਮੇਸ਼ਰ ਇਸ ਤਰ੍ਹਾਂ ਹੋਣ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਮਦਦ ਕਰੇ। ਪ੍ਰਭੂ ਇਸ ਵਚਨ ਦੇ ਨਾਲ, ਇਸ ਭੇਤ ਦੇ ਨਾਲ ਹੁਣ ਤੱਕ ਜੋ ਮਦਦ ਕੀਤੀ ਹੈ, ਮੈਂ ਧੰਨਵਾਦ ਕਰਦਾ ਹਾਂ। ਜੈ ਮਸੀਹ ਦੀ। ਮਾਰਾਨਾਥਾ।